फिर मैं स्वागत करदी हाँ। मैं डिप्टी कमिश्नर रोपड़ ਤੁਹਾਡੇ ਵਾਸਤੇ ਜਿਹੜੀ ਕੋਰੋਨਾ ਦੀ ਅਪਡੇਟ ਜੋ ਲੇਟੈਸਟ ਹੈਗੀ, ਜਿਹੜੀ ਗਾਈਡਲਾਈਨਸ ਹੈਗੀ, ਇਹਨਾਂ ਦੇ ਵਾਸਤੇ ਅਸੀਂ ਹਰ ਬੁੱਧਵਾਰ ਨੂੰ ਤੁਹਾਡੇ ਨਾਲ ਇਹ ਸਾਂਝਾ ਕਰਦੇ ਨੇ। ਅੱਜ ਜਿਵੇਂ ਆਪ ਸਾਰਿਆਂ ਨੂੰ ਪਤਾ ਹੈਗਾ ਕਿ ਸਾਡੀ ਟੈਸਟਿੰਗ ਵਗੈਰਾ ਦੀ ਸਪੀਡ ਅਸੀਂ ਵਧਾ ਦਿੱਤੀ ਹੈਗੀ। ਕਾਫੀ ਜਗ੍ਹਾ ਤੇ ਅਸੀਂ ਟੈਸਟਿੰਗ ਕਰਾ ਰਹੇ ਨੇ। ਸੈਂਪਲਸ ਹੁਣ ਤੱਕ 35,729 ਸੈਂਪਲ ਹੁਣ ਤੱਕ ਲਿੱਤੇ ਗਏ ਨੇ। ਇਸ ਤੋਂ ਇਲਾਵਾ ਜਿਸ ਦੇ ਵਿੱਚੋਂ ਨੈਗੇਟਿਵ ਸੈਂਪਲ 34,613 ਸੀਗੇ। ਪੈਂਡਿੰਗ ਸੈਂਪਲ ਦੀ ਗਿਣਤੀ 360 ਸੀਗੇ। ਪੋਜ਼ਿਟਿਵ ਜਿਹੜੇ ਹੁਣ ਤੱਕ ਆਏ ਨੇ ਉਹ 26 ਕੇਸ ਅੱਜ ਆਏ ਨੇ। ਜਿਹੜੇ ਅੱਜ ਰੋਪੜ ਦੇ ਵਿੱਚ 26 ਕੇਸਿਸ ਪੋਜ਼ਿਟਿਵ ਪਾਏ ਗਏ ਨੇ। ਸਾਰੇ ਕੇਸਿਸ ਦੇ ਵਿੱਚ ਐਕਟਿਵ ਪੋਜ਼ਿਟਿਵ ਕੇਸਿਸ ਦੀ ਗਿਣਤੀ 259 ਹੈਗੀ, 259। डिस्चार्ज जो हुए आएंगे आज वो 24 केस ने, ਜਿਹੜੇ 24 कोरोना सर्वाइवर्स ने जो आज अपने घरां ਨੂੰ ਪਰਤੇ ਨੇ ਵਾਪਸ। ਟੋਟਲ ਪੋਜ਼ਿਟਿਵ ਜਿਹੜੀ ਸੰਖਿਆ ਹੈਗੀ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਜੋ ਕੋਰੋਨਾ ਦੀ ਹੋ ਚੁੱਕੀ ਹੈਗੀ, ਜੇਕਰ ਅਸੀਂ ਕੋਰੋਨਾ ਮਹਾਮਾਰੀ ਦੀ ਪੂਰੇ ਟਾਈਮਲਾਈਨ ਦੀ ਗੱਲ ਕਰੀਏ, ਉਹ 971 ਹੋ ਚੁੱਕੀ ਹੈਗੀ, ਜਿਸ ਦੇ ਵਿੱਚ 692 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ ਤੇ ਉਹਨਾਂ ਉਸ ਨੂੰ ਜਿੱਤ ਕੇ ਵਾਪਸ ਘਰ ਲੌਟੇ ਨੇ। ਟੋਟਲ ਡੈਥਸ ਜਿਹੜੇ ਨੇ ਡਿਸਟ੍ਰਿਕਟ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਜ਼ਿਆਦਾ ਫੈਟੈਲਿਟੀਜ਼ ਰਹੀ ਹੈਗੀ, ਕਾਫੀ ਕਾਰਨਾਂ ਤੋਂ ਰਹੀ ਹੈਗੀ, ਕਾਫੀ ਜ਼ਿਆਦਾ ਸਪਾਈਕ ਵੀ ਆਇਆ ਹੈਗਾ। ਹੁਣ ਤੱਕ 20 ਫੈਟੈਲਿਟੀਜ਼ ਜਿਹੜੀ ਹੈਗੀ ਰੋਪੜ ਜ਼ਿਲ੍ਹੇ ਦੇ ਵਿੱਚ ਕੋਰੋਨਾ ਤੋਂ ਸੰਬੰਧਿਤ ਹੋ ਚੁੱਕੀ ਹੈਗੀ। ਅੱਜ ਜਿਹੜੀ ਡੈਥ ਹੋਈ ਹੈਗੀ ਉਹ 65 ਈਅਰ ਦੇ ਮੇਲ ਹੈਗੇ ਬਹਿਰਾਮਪੁਰ ਤੋਂ, ਅਨਪੁਰ ਸਾਹਿਬ ਤੋਂ, ਜਿਹੜੇ ਪੀਜੀਆਈ ਦੇ ਵਿੱਚ ਐਡਮਿਟ ਸੀਗੇ। ਇਹਨਾਂ ਨੂੰ ਐਕਿਊਟ ਰੈਸਪੀਰੇਟਰੀ ਡਿਸਟ੍ਰੈਸ ਸਿੰਡਰੋਮ, ਜਿਵੇਂ ਚੈਸਟ ਦੇ ਇਨਫੈਕਸ਼ਨ ਜੋ ਕਹਿੰਦੇ ਨੇ, ਉਹ ਉਸ ਦੇ ਨਾਲ ਕਿਡਨੀ ਫੇਲੀਅਰ ਕਾਰਨ ਅੱਜ ਇਹਨਾਂ ਦੀ ਮੌਤ ਹੋ ਗਈ ਤੇ ਸਾਡੇ ਵਿਚਕਾਰ ਨਹੀਂ ਰਹੇ, ਜੋ ਸਾਨੂੰ ਬਹੁਤ ਅਫਸੋਸ ਹੈ। ਇਹਨਾਂ ਦੇ ਪਰਿਵਾਰ ਦੇ ਵਾਸਤੇ, ਇਹਨਾਂ ਦੇ ਰਿਲੇਟਿਵਸ ਵਾਸਤੇ ਅਸੀਂ ਅਫਸੋਸ ਜ਼ਾਹਿਰ ਕਰਦੇ ਨੇ। ਤੇ ਇੱਕ ਹੋਰ ਵੀ ਚੀਜ਼, ਇਹ ਚੀਜ਼ ਸਾਨੂੰ ਹੋਰ ਲਾਜ਼ਮੀ ਕਰ ਦਿੰਦੀ ਹੈਗੀ ਕਿ ਵੱਧ ਤੋਂ ਵੱਧ ਤੁਸੀਂ ਆਪਣਾ ਟੈਸਟ ਕਰਾਓ, ਤਾਂ ਕਿ ਅਸੀਂ ਇਨ ਸਾਰੇ ਜਿਹੜੇ ਫੈਟੈਲਿਟੀ ਹੋ ਰਹੀ ਹੈਗੀ, ਇਹ ਜ਼ਿਆਦਾਤਰ ਕਾਰਨ ਪਾਏ ਗਏ ਨੇ ਕਿ ਜਿਹੜੇ ਕੋਮੋਰਬਿਡ ਪੇਸ਼ੈਂਟਸ ਨੇ ਜੋ ਕਿਸੇ ਕਾਰਨਾਂ ਤੋਂ ਆਪਣਾ ਟੈਸਟ ਨਹੀਂ ਕਰਾ ਰਹੇ, ਉਹ ਬਹੁਤ ਨੇੜੇ ਜਾ ਕੇ ਜਿਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ, ਟ੍ਰੀਟਮੈਂਟ ਦੇ ਬਿਲਕੁਲ ਕ੍ਰਿਟੀਕਲ ਸਟੇਜ ਤੇ ਪਹੁੰਚ ਜਾਂਦੇ ਨੇ, ਉਸ ਵੇਲੇ ਟੈਸਟ ਉਹਨਾਂ ਦਾ ਜਦ ਕਰਾਇਆ ਜਾਂਦਾ ਹੈਗਾ ਤਾਂ ਪੋਜ਼ਿਟਿਵ ਨਿਕਲਦਾ ਹੈ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਕੋਰੋਨਾ ਦੇ ਜਿਹੜੇ ਇਲਾਜ ਦੇ ਵਿੱਚ ਜਿਹੜੀ ਇਹਤਿਆਤ ਵਰਤਣੀ ਹੈਗੀ, ਜਿਹੜੇ ਟ੍ਰੀਟਮੈਂਟ ਦੀ ਲਾਈਨ ਹੁੰਦੀ ਹੈਗੀ, ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਰੂਰੀ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਛੋਟੇ ਸੇ ਛੋਟੇ ਤੁਹਾਨੂੰ ਅਗਰ ਲੱਗਦਾ ਹੈਗਾ ਕਿ ਜੇਕਰ ਤੁਸੀਂ ਕਿਸੇ ਕੋਰੋਨਾ ਪੇਸ਼ੈਂਟ ਦੇ ਨਜ਼ਦੀਕ ਰਹੇ ਹੋ, ਕੋਈ ਪੋਜ਼ਿਟਿਵ ਪੇਸ਼ੈਂਟ ਦੇ, ਜੇਕਰ ਕੋਈ ਤੁਹਾਡੇ ਨਜ਼ਦੀਕੀ ਦੇ ਵਿੱਚ ਕੋਈ ਕੋਰੋਨਾ ਪੋਜ਼ਿਟਿਵ ਹਾਲ ਦੀ ਘੜੀ ਦੇ ਵਿੱਚ ਆਇਆ ਹੈ, ਜਾਂ ਤੁਹਾਨੂੰ ਬਿਨਾਂ ਕਿਸੇ ਵੀ लक्षण तो भी जेकर कोई दिक्कत हो रही है, जरूरी नहीं कि सिर्फ आपको तीनों लक्षण होण तो ही कोरोना ਦਾ ਸਾਬਿਤ ਹੋ ਸਕਦਾ ਹੈਗਾ। ਕਈਆਂ ਵਿਅਕਤੀਆਂ ਨੂੰ ਬੁਖਾਰ ਹੁੰਦਾ ਹੈ, ਕਈਆਂ ਨੂੰ ਸਿਰਫ ਜ਼ੁਕਾਮ ਹੈ, ਕਈਆਂ ਨੂੰ ਸਿਰਫ ਖਾਂਸੀ ਦੀ ਬਿਮਾਰੀ ਜਾਂ ਸ਼ਿਕਾਇਤ ਰਹੀ ਹੈ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਟੈਸਟ, ਜੇਕਰ ਤੁਹਾਨੂੰ 1% ਵੀ ਲੱਗਦਾ ਹੈਗਾ ਚਾਂਸ ਕਿ ਤੁਹਾਨੂੰ ਆਪਣਾ ਟੈਸਟ ਕਰਾਉਣਾ ਚਾਹੀਦਾ ਹੈਗਾ, ਕਾइंडली प्लीज कराएं, क्योंकि ये आपके लिए, ਤੁਹਾਡੇ ਪਰਿਵਾਰ ਦੀ ਸੇਫਟੀ ਵਾਸਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਦੇ ਜੇਕਰ ਕੇਸਿਸ ਦੀ ਗੱਲ ਕਰਨ ਤਾਂ ਅਨਪੁਰ ਸਾਹਿਬ ਦੇ ਵਿੱਚ 36 ਸਾਲ ਦੇ ਮੇਲ, 50 ਸਾਲ ਦੇ ਮੇਲ ਤੇ 32 ਸਾਲ ਦੇ ਮੇਲ ਮਨੂਪੁਲੀ ਪਿੰਡ ਤੋਂ ਪੋਜ਼ਿਟਿਵ ਪਾਏ ਗਏ ਨੇ। ਚਮਕੌਰ ਸਾਹਿਬ ਦੇ ਵਿੱਚ 43 ਸਾਲ ਦੀ ਫੀਮੇਲ, ਸਿਲ ਪਿੰਡ ਤੋਂ 48 ਸਾਲ ਦੀ ਫੀਮੇਲ, ਰਤਨਗੜ੍ਹ ਤੋਂ 65 ਸਾਲ ਦੇ ਮੇਲ, ਹਫੀਜ਼ਾਬਾਦ ਤੋਂ ਤੇ 42 ਸਾਲ ਦੀ ਫੀਮੇਲ ਕੈਨੌਰ ਪਿੰਡ ਤੋਂ ਪੋਜ਼ਿਟਿਵ ਪਾਏ ਗਏ ਹੈਗੇ। ਰੋਪੜ ਸਿਟੀ ਦੀ ਜੇਕਰ ਗੱਲ ਕਰੀਏ, ਰੋਪੜ ਬਲਾਕ ਦੀ ਗੱਲ ਕਰੀਏ ਤਾਂ 46 ਸਾਲ ਦੀ ਫੀਮੇਲ ਪਿੰਡ ਰਾਮਗੜ੍ਹ ਤੋਂ, 65 ਸਾਲ ਦੇ ਮੇਲ ਵਿਲੇਜ ਬਹਿਰਾਮਪੁਰ ਜ਼ਮੀਂਦਾਰਾ ਤੋਂ, 49 ਸਾਲ ਦੇ ਮੇਲ ਚੂਰ ਹਟਿਆ ਰੋਪੜ ਸਿਟੀ ਤੋਂ, ਤੇ ਪੱਕਾ ਬਾਗ ਤੋਂ ਸਾਨੂੰ ਹੁਣ ਦੁਬਾਰਾ 3 ਕੇਸਿਸ ਅੱਜ ਮਿਲੇ ਨੇ। ਅਸੀਂ ਇਸ ਚੀਜ਼ ਨੂੰ, ਸਥਿਤੀ ਨੂੰ ਬਣਾ ਕੇ ਰੱਖ ਰਹੇ ਨੇ ਕਿ ਅਗਰ ਹੋਰ ਕੇਸਿਸ ਉੱਥੋਂ ਨਿਕਲਦੇ ਨੇ ਤੇ ਪਿੱਛੋਂ ਹੀ ਅਸੀਂ ਇਸ ਨੂੰ ਮਾਈਕਰੋ ਕੰਟੇਨਮੈਂਟ ਡੀਸੀਲ ਕੀਤਾ ਸੀਗਾ, ਤੇ ਸਾਨੂੰ ਬਹੁਤ ਜ਼ਿਆਦਾ ਇਹ ਉਮੀਦਾਂ ਸੀਗੀ ਕਿ ਹੁਣ ਅਸੀਂ ਸਾਰੇ ਕੇਸਿਸ ਨੂੰ ਚੰਗੇ ਤਰੀਕੇ ਨਾਲ ਖੋਖ ਲਿਆ ਹੈਗਾ, ਚੰਗੇ ਤਰੀਕੇ ਨਾਲ ਸੈਂਪਲਿੰਗ ਕਰਾ ਲਈ ਹੈਗੀ। ਲੇਕਿਨ ਜੇਕਰ ਕੋਈ ਕਿਤੇ ਹੋਰ ਕੇਸਿਸ ਵੱਧਦੇ ਨੇ
ਤੇ ਇਹ ਅਸੀਂ ਸਥਿਤੀ ਦੇ ਵਿੱਚ ਨਜ਼ਰ ਰੱਖੇ ਹੋਏ ਨੇ। ਇਸ ਦੇ ਵਿੱਚ 28 ਸਾਲ ਦੀ ਮੇਲ, 28 ਸਾਲ ਦੀ ਫੀਮੇਲ ਔਰ 65 ਸਾਲ ਦੀ ਫੀਮੇਲ ਅੱਜ ਪੱਕਾ ਬਾਪ ਤੋਂ ਪੋਜ਼ਿਟਿਵ ਪਾਏ ਗਏ ਨੇ। ਨੰਗਲ ਦੇ ਵਿੱਚ 50 ਸਾਲ ਦੀ ਮੇਲ ਵਿਲੇਜ ਦੁੱਖ ਤੋਂ 59 ਸਾਲ ਦੀ ਫੀਮੇਲ ਸ਼ਿਵਾਲਿਕ ਐਵੇਨਿਊ, 43 ਸਾਲ ਦੇ ਮੇਲ ਜਿਹੜੇ SBS ਨਗਰ ਤੋਂ ਬਿਲੋਂਗ ਕਰਦੇ ਨੇ ਉਹਨਾਂ ਡਿਸਟ੍ਰਿਕਟ ਦੇ ਵਿੱਚ ਕਾਊਂਟ ਕੀਤੇ ਜਾਣੇ ਹੈਗੇ। 18 ਸਾਲ ਦੇ ਮੇਲ ਸ਼ਿਵਾਲਿਕ ਐਵੇਨਿਊ ਤੋਂ, 40 ਸਾਲ ਦੇ ਮੇਲ ਸ਼ਿਵਾਲਿਕ ਐਵੇਨਿਊ ਤੋਂ, 58 ਸਾਲ ਦੀ ਫੀਮੇਲ ਕਲਿਆਣਪੁਰ ਕਿਰਤਪੁਰ ਸਾਹਿਬ ਤੋਂ, 18 ਸਾਲ ਦੇ ਮੇਲ ਤੇ 50 ਸਾਲ ਦੀ ਫੀਮੇਲ ਨया ਨੰਗਲ ਤੋਂ, और 59 साल ਦੇ ਮੇਲ नया ਨੰਗਲ ਸੈਕਟਰ 2 ਤੋਂ, 49 ਸਾਲ ਦੇ ਮੇਲ ਜਿੰਜਰੀ ਜਿਹੜੀ ਪਿੰਡ ਹੈਗਾ ਉੱਥੋਂ, ਤੇ 52 ਸਾਲ ਦੇ ਮੇਲ ਜਿਹੜਾ ਪਿੰਡ ਹੈ ਰਾਮਪੁਰ ਸਾਨੀ ਤੋਂ ਪੋਜ਼ਿਟਿਵ ਪਾਏ ਗਏ ਨੇ। ਇਸ ਤੋਂ ਇਲਾਵਾ ਮੋਰਿੰਡਾ ਦੇ ਵਿੱਚ 55 ਸਾਲ ਦੇ ਮੇਲ ਤੇ 49 ਸਾਲ ਦੇ ਮੇਲ ਜਿਹੜੇ ਹੈਗੇ ਪੋਜ਼ਿਟਿਵ ਪਾਏ ਗਏ ਨੇ। ਰੋਪੜ ਦੇ ਵਿੱਚ ਹਰਗੋਬਿੰਦ ਨਗਰ ਦੇ ਵਿੱਚ 35 ਸਾਲ ਦੇ ਮੇਲ, ਪ੍ਰੀਤ ਕਾਲੋਨੀ ਤੋਂ 29 ਸਾਲ ਦੇ ਮੇਲ ਤੇ ਸਿਟੀ ਰੋਪੜ ਤੋਂ 37 ਸਾਲ ਦੇ ਮੇਲ ਇੱਕ ਪੋਜ਼ਿਟਿਵ ਪਾਏ ਗਏ ਨੇ। ਜੇਕਰ ਗੱਲ ਕरें ਕਿ ਕਿੰਨੇ ਪੇਸ਼ੈਂਟਸ ਕਿੱਥੇ ਦਾਖਲ ਨੇ ਤੇ ਹੋਮ ਆਈਸੋਲੇਸ਼ਨ ਦੇ ਵਿੱਚ ਜ਼ਿਆਦਾ ਪੇਸ਼ੈਂਟਸ ਦੀ ਸਾਡੇ ਕੋਲ ਗਿਣਤੀ ਹੁਣ ਵਧ ਰਹੀ ਹੈਗੀ, ਜੋ ਇੱਕ ਪੋਜ਼ਿਟਿਵ ਸਾਈਨ ਵੀ ਹੈ ਕਿਉਂਕਿ ਹੋਮ ਆਈਸੋਲੇਸ਼ਨ ਦੇ ਵਿੱਚ ਅਸੀਂ ਉਨ ਪੇਸ਼ੈਂਟਸ ਨੂੰ ਹੀ ਰੱਖਦੇ ਨੇ ਜਿਹੜੇ ਪੇਸ਼ੈਂਟਸ ਮਾਈਲਡ ਸਿੰਪਟੋਮੈਟਿਕ ਹੁੰਦੇ ਨੇ ਜਾਂ ਏਸਿੰਪਟੋਮੈਟਿਕ ਹੁੰਦੇ ਨੇ। ਤੇ ਵੱਧ ਤੋਂ ਵੱਧ ਜੇਕਰ ਗੱਲ ਕਰੀਏ ਤਾਂ 259 ਕੇਸਿਸ ਦੇ ਵਿੱਚ ਜਿਹੜੇ ਸਾਡੇ ਕੋਲ ਹੁਣ ਪੋਜ਼ਿਟਿਵ ਨੇ, ਉਸ ਦੇ ਵਿੱਚੋਂ 162 ਕੇਸਿਸ ਹੋਮ ਆਈਸੋਲੇਸ਼ਨ ਦੇ ਵਿੱਚ ਨੇ ਤੇ ਇਹਨਾਂ ਦੇ ਘਰ ਦੇ ਵਿੱਚ ਹੀ ਇਹਨਾਂ ਦੀ ਪੂਰੀ ਮੋਨੀਟਰਿੰਗ, ਇਹਨਾਂ ਦਾ ਪੂਰੀ ਜਿਹੜੀ ਹੈਲਥ ਦੀ ਸਟੈਟਿਕਸ ਹੈ ਉਸ ਦੀ ਪੂਰੀ ਜਾਣਕਾਰੀ ਰੱਖੀ ਜਾ ਰਹੀ ਹੈ। ਕੋਵਿਡ ਕੇਅਰ ਸੈਂਟਰ ਗਿਆਨ ਸਾਗਰ ਦੇ ਵਿੱਚੋਂ 4, ਕੋਵਿਡ ਕੇਅਰ ਸੈਂਟਰ ਅਨੰਦਪੁਰ ਸਾਹਿਬ ਦੇ ਵਿੱਚ 24, ਡਿਸਟ੍ਰਿਕਟ ਹਸਪੀਟਲ DH ਰੋਪੜ ਦੇ ਵਿੱਚ 16, PGI ਦੇ ਵਿੱਚ 7 ਕੇਸਿਸ, ਕਮਾਂਡ ਹਸਪੀਟਲ ਚੰਡੀ ਮੰਦਿਰ ਦੇ ਵਿੱਚ 3 ਕੇਸਿਸ, IB ਹਸਪੀਟਲ ਮੋਹਾਲੀ ਦੇ ਵਿੱਚ 2 ਕੇਸਿਸ, GMC ਸੈਕਟਰ 32 ਚੰਡੀਗੜ੍ਹ ਦੇ ਵਿੱਚ 1 ਕੇਸ, GMC ਪਟਿਆਲਾ ਗਵਰਨਮੈਂਟ ਮੈਡੀਕਲ ਕਾਲਜ ਰਾਜਿੰਦਰ ਕਾਲਜ ਦੇ ਵਿੱਚ 2 ਕੇਸਿਸ ਹੈਗੇ, ਮੈਕਸ ਹਸਪੀਟਲ ਦੇ ਵਿੱਚ एक केस हैगा, सूरी हॉस्पिटल SBS नगर ਦੇ ਵਿੱਚ ਇੱਕ ਕੇਸ ਟ੍ਰੀਟਮੈਂਟ ਲੈ ਰਹੇ ਨੇ, ਫੋਰਟਿਸ ਹਸਪੀਟਲ ਮੋਹਾਲੀ ਦੇ ਵਿੱਚ ਇੱਕ ਕੇਸ ਹੈਗੇ, SDH ਨੰਗਲ ਦੇ ਵਿੱਚ 4 ਕੇਸਿਸ ਨੇ, ਗ੍ਰੇਸ਼ੀਅਨ ਹਸਪੀਟਲ ਮੋਹਾਲੀ ਦੇ ਵਿੱਚ 3 ਕੇਸਿਸ, ਪਰਵਾਰ ਹਸਪੀਟਲ ਦੇ ਵਿੱਚ 3 ਕੇਸਿਸ, DMC ਲੁਧਿਆਣਾ ਦੇ ਵਿੱਚ ਇੱਕ ਕੇਸ ਦਾਖਲ ਹੈ, ਸੁਹਾਨਾ ਹਸਪੀਟਲ ਦੇ ਵਿੱਚ ਇੱਕ ਕੇਸ ਕੱਲ ਰਾਤੀ ਅਸੀਂ ਸ਼ਿਫਟ ਕੀਤਾ ਹੈਗਾ ਤੇ ਟੋਟਲ ਕੇਸਿਸ ਜਿਨ੍ਹਾਂ ਦੀ ਅਨਟ੍ਰੇਸੇਬਲ ਹੁਣ ਤੱਕ ਰਿਪੋਰਟ ਰਹੀ ਹੈ, ਉਹਨਾਂ ਦੇ ਗਲਤ ਨਾਮ ਕਾਰਨ, ਉਹਨਾਂ ਦੇ ਗਲਤ ਨੰਬਰਸ ਕਾਰਨ ਅਸੀਂ ਉਹਨਾਂ ਨੂੰ ਲੋਕੇਟ ਨਹੀਂ ਕਰ ਪਾਏ। ਉਹ ਇਦਾਂ ਦੇ 9 ਕੇਸਿਸ ਨੇ ਡਿਸਟ੍ਰਿਕਟ ਦੇ ਵਿੱਚ ਤੇ ਇਸ ਤੋਂ ਇਲਾਵਾ ਐਲੋਕੇਸ਼ਨ ਜੋ ਅੱਜ ਦੀ ਹੁਣ ਸ਼ਾਮ ਤੱਕ ਅਵੇਟਡ ਹੈ, ਜਿਹੜੇ ਹੁਣ ਅੱਜ ਕੇਸਿਸ ਆਏ ਨੇ ਉਹਨਾਂ ਦੇ ਵਿੱਚੋਂ 4, ਟੋਟਲ 259 ਕੇਸਿਸ ਦੇ ਵਿੱਚੋਂ 11 ਦੇ ਵਿੱਚ ਜਿਹੜੇ ਮਾਈਲਡ ਸਿੰਪਟੋਮੈਟਿਕ ਕੇਸਿਸ ਨੇ ਲੇਕਿਨ ਹਾਈ ਰਿਸਕ ਕੈਟਾਗਰੀ ਦੇ ਵਿੱਚ ਨੇ, ਉਹ ਹੁਣ 32 ਕੇਸਿਸ ਨੇ ਤੇ L2 ਦੇ ਵਿੱਚ ਜਿਹੜੇ ਥੋੜੇ ਆਕਸੀਜਨ ਸਪੋਰਟ ਵਗੈਰਾ ਦੀ ਕਿਸ ਨੂੰ ਲੋਡ ਪੈ ਜਾਂਦੀ ਹੈਗੀ ਤਾਂ L2 ਦੇ ਵਿੱਚ 42 ਕੇਸਿਸ ਨੇ ਤੇ L3 ਦੇ ਵਿੱਚ 10 ਕੇਸਿਸ ਨੇ। L3 ਸਾਡੇ ਸਭ ਤੋਂ ਜ਼ਿਆਦਾ ਕ੍ਰਿਟੀਕਲ ਕੇਸਿਸ ਨੇ ਜਿਹੜੇ ਜਿਨ੍ਹਾਂ ਨੂੰ ਕਿਤੇ ਵੈਂਟੀਲੇਟਰ ਜਾਂ ਕਿਤੇ ਹੋਰ ਕ੍ਰਿਟੀਕਲ ਕੇਅਰ ਦੀ ਲੋੜ ਪੈਂਦੀ ਹੈਗੀ, ਅਸੀਂ ਉਹਨਾਂ ਨੂੰ L3 ਦੇ ਵਿੱਚ ਗਿਣਦੇ ਨੇ। ਤੁਹਾਡੇ ਧਿਆਨ ਦੇਣ ਦੀ ਵਾਲੀ ਗੱਲ ਹੈਗੀ ਕਿ ਹੁਣ ਜਿਵੇਂ ਕਾਫੀ ਲੋਕ ਮੈਨੂੰ ਪੁੱਛਦੇ ਨੇ ਕਿ ਜੀ ਅਸੀਂ ਟੈਸਟ ਕਾਹਦੇ ਲਈ ਕਰਾਈਏ ਕਿਉਂਕਿ ਫਿਰ ਉੱਥੋਂ ਗਿਆਨ ਸਾਗਰ ਜਾਂ ਕਿਤੇ ਭੇਜ ਦੇਣਾ ਹੈਗਾ। ਮੈਂ ਤੁਹਾਨੂੰ ਵਿਸ਼ਵਾਸ ਦਿਲਾਣਾ ਚਾਹੁੰਦੀ ਹਾਂ ਕਿ ਜੇਕਰ ਤੁਹਾਨੂੰ ਸਿੰਪਟਮਸ ਇਦਾਂ ਦੇ ਨਹੀਂ ਹੈਗੇ, ਮਾਈਲਡ ਹੈਗੇ, ਏਸਿੰਪਟੋਮੈਟਿਕ ਨੇ, ਜੇਕਰ ਤੁਹਾਡੇ ਘਰ ਦੇ ਵਿੱਚ ਹੀ ਜੋ ਹੋਮ ਆਈਸੋਲੇਸ਼ਨ ਹੈ ਉਹ ਪੂਰਾ ਮੁਕੰਮਲ ਤੌਰ ਤੇ ਤੁਸੀਂ ਰੱਖ ਸਕਦੇ ਹੋ ਤੇ ਇਹ ਸਾਡੀ ਵੀ ਕੋਸ਼ਿਸ਼ ਇਹ ਰਹਿੰਦੀ ਹੈਗੀ ਕਿ ਅਸੀਂ ਤੁਹਾਨੂੰ ਹੋਮ ਆਈਸੋਲੇਸ਼ਨ ਦੇ ਵਿੱਚ ਹੀ ਰੱਖੀਏ। ਇਸ ਕਰਕੇ ਕਈ ਲੋਕੀ ਸ਼ਾਇਦ ਇਸ ਡਰ ਕੇ ਕਾਰਨ ਵੀ ਟੈਸਟ कराने नहीं आ रहे कि ਅਸੀਂ ਸਰਕਾਰ ਸਾਨੂੰ ਕਿੱਥੇ ਲੈ ਜਾਏਗੀ, लेकिन मैं डिप्टी कमिश्नर रोपड़ आपको ये विश्वास दिलाना चाहती ਹਾਂ ਕਿ ਪੂਰੀ ਚੰਗੇ ਤਰੀਕੇ ਨਾਲ ਸਾਡੀ ਕੋਲ ਇੱਕ ਟੀਮ ਪੂਰੀ ਬਣੀ ਹੋਈ ਹੈਗੀ ਜੋ ਤੁਹਾਨੂੰ ਜੇਕਰ ਤੁਸੀਂ ਪੋਜ਼ਿਟਿਵ ਆਉਂਦੇ ਹੋ ਤੁਹਾਨੂੰ ਪੂਰੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਤੁਹਾਡਾ ਹਾਲ ਚਾਲ ਲੈਂਦੀ ਹੈ,
ਤੁਹਾਡੇ ਵਾਈਟਲ ਸਟੈਟਿਕਸ ਜਿਸ ਦੇ ਵਿੱਚ ਤੁਹਾਡਾ ਟੈਂਪਰੇਚਰ, ਤੁਹਾਡੇ ਆਕਸੀਜਨ ਲੈਵਲ, ਤੁਹਾਡੀ ਪਲਸ ਰੇਟ ਤੇ ਹੋਰ ਕੋਈ ਅਗਰ ਤੁਹਾਨੂੰ ਸਾਹ ਦੀ ਪ੍ਰੋਬਲਮ ਹੋ ਰਹੀ ਹੈਗੀ ਉਸ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈਗਾ। ਤੇ ਤੁਸੀਂ ਇਸ ਦੇ ਬਾਰੇ ਬਿਲਕੁਲ ਨਿਸ਼ਚਿੰਤ ਰਹੋ ਕਿ ਅਗਰ ਤੁਹਾਨੂੰ ਟੈਸਟ ਕਰਾਉਣਾ ਹੈ, ਬੇਸ਼ੱਕ ਆਬਵੀਅਸਲੀ ਅਸੀਂ ਆਸ ਕਰਦੇ ਨੇ ਕਿ ਤੁਸੀਂ ਨੈਗੇਟਿਵ ਹੀ ਆਓ, ਲੇਕਿਨ ਜੇਕਰ ਤੁਸੀਂ ਪੋਜ਼ਿਟਿਵ ਵੀ ਆਉਂਦੇ ਹੋ तो असी है पूरी टीम लगी हुई है आपके स्वास्थ्य दे वास्ते, ਤੁਹਾਡੇ ਖਿਆਲ ਰੱਖਣ ਦੇ ਵਾਸਤੇ। ਜੇਕਰ ਮਾਈਕਰੋ ਕੰਟੇਨਮੈਂਟ ਜ਼ੋਨਸ ਦੀ ਗੱਲ ਕਰੀਏ ਤਾਂ ਪੂਰੇ ਡਿਸਟ੍ਰਿਕਟ ਦੇ ਵਿੱਚ ਹੁਣ ਤੱਕ 4 ਮਾਈਕਰੋ ਕੰਟੇਨਮੈਂਟ ਜ਼ੋਨਸ ਜਿਹੜੇ ਨੇ ਅਭੀ ਜਿਹੜੇ ਐਕਟਿਵ ਨੇ, ਜਿਸ ਦੇ ਵਿੱਚ ਗਿਆਨੀ ਜੈਲ ਸਿੰਘ ਨਗਰ ਦੇ ਵਿੱਚ ਇੱਕ ਜ਼ੋਨ ਬਣਾਇਆ ਗਿਆ ਹੈਗਾ ਤੇ ਪਿੰਡ ਭਟੋਲੀ ਦੇ ਵਿੱਚ ਕੀਰਤਪੁਰ ਸਾਹਿਬ ਦੇ ਵਿੱਚ ਇੱਕ ਜ਼ੋਨ ਹੈ ਮਾਈਕਰੋ ਕੰਟੇਨਮੈਂਟ ਜ਼ੋਨ। ਰਣਜੀਤਪੁਰ ਦੇ ਵਿੱਚ ਇੱਕ ਮਾਈਕਰੋ ਕੰਟੇਨਮੈਂਟ ਜ਼ੋਨ ਹੈ। ਪਿੰਡ ਅਮਰਾਲੀ ਜਿਹੜਾ ਹੈਗਾ ਉਸ ਦੇ ਵਿੱਚ ਵੀ ਇੱਕ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈਗਾ। ਤੇ ਕੰਟੇਨਮੈਂਟ ਜ਼ੋਨ ਜਿਹੜਾ ਹੈ ਉਹ ਭਰਤਗੜ੍ਹ ਦੇ ਵਿੱਚ ਤੇ ਸ਼ਿਵਾਲਿਕ ਐਵਨਿਊ ਨੰਗਲ ਦੇ ਵਿੱਚ ਬਣਾਇਆ ਗਿਆ ਹੈਗਾ, ਕਿਉਂਕਿ ਉੱਥੇ ਪਿੱਛੇ ਕੁਝ ਦਿਨਾਂ ਪਹਿਲਾਂ ਤਕਰੀਬਨ 21 ਕੇਸਿਸ ਨਵੇਂ ਇੱਕ ਸਾਥ ਆਏ ਸੀਗੇ ਤੇ ਇਹ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਆਏ ਸੀਗੇ ਤੇ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਮਾਈਕਰੋ ਕੰਟੇਨਮੈਂਟ ਦਾ ਦਾਇਰਾ बढ़ा के कंटेनमेंट जोन करिए ताकि उत्थे ज़्यादा से ज़्यादा लोगों की सैंपलिंग ਅਸੀਂ ਕਰਾ ਸਕੀਏ। 100% ਸੈਂਪਲਿੰਗ ਦਾ ਸਾਡੇ ਕੋਲ ਮੈਂਡੇਟਰੀ ਟੀਚਾ ਹੈ ਜੋ ਸਾਨੂੰ ਰਖਵਾਉਣਾ ਹੈਗਾ। ਇਸ ਕਰਕੇ ਤੁਹਾਨੂੰ ਵੀ ਅਸੀਂ ਅਪੀਲ ਕਰਦੇ ਨੇ ਕਿ ਜੇਕਰ ਤੁਸੀਂ ਇਸ ਕੰਟੇਨਮੈਂਟ ਜ਼ੋਨ ਦੇ ਵਿੱਚ ਰਹਿ ਰਹੇ ਹੋ, ਕਿਤੇ ਵੀ ਤੁਸੀਂ ਮੈਨੂੰ ਸੁਣ ਰਹੇ ਹੋ, ਤੇ ਪਲੀਜ਼ ਕਾਈਂਡਲੀ ਤੁਹਾਡੇ ਪਰਿਵਾਰ ਦੇ ਵਾਸਤੇ, ਤੁਹਾਡੇ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਾਡੀ ਟੀਮ ਨੂੰ ਸਹਿਯੋਗ ਕਰੋ, ਤੁਸੀਂ ਆਪਣਾ ਸੈਂਪਲ ਦਿਓ। ਤੇ ਕੁਝ ਇੰਸਟਰਕਸ਼ਨਸ ਪੰਜਾਬ ਸਰਕਾਰ ਵੱਲੋਂ ਪਿੱਛੇ ਜਾਰੀ ਹੋਈ ਸੀਗੀਆਂ ਜੋ ਕਰਫਿਊ ਨੂੰ ਲੈ ਕੇ ਸੀਗੇ ਤੇ ਅਨਲੌਕ 4 ਦੀ ਗਾਈਡਲਾਈਨਸ ਨੂੰ ਲੈ ਕੇ ਵੀ ਸੀਗੀ। ਇਸ ਦੇ ਵਿੱਚ ਮੈਂ ਆਪ ਨੂੰ ਕੁਝ ਜਾਣਕਾਰੀ ਦੇਣਾ ਚਾਹੁੰਦੀ ਹਾਂ ਕਿ ਜਿਵੇਂ ਪਹਿਲਾਂ ਵੀ ਤੁਹਾਨੂੰ ਪਤਾ ਹੈਗਾ ਕਿ ਵੀਕਐਂਡ ਕਰਫਿਊ ਜਿਹੜਾ ਸੈਟਰਡੇ ਔਰ ਸੰਡੇ ਦਾ ਹੈਗਾ, ਇਹ ਸ਼ਹਿਰੀ ਖੇਤਰ ਦੇ ਵਿੱਚ ਜੋ 6 ਟਾਊਨ ਹੈਗੇ ਰੋਪੜ ਦੇ, ਜਿਸ ਦੇ ਵਿੱਚ ਰੋਪੜ, ਮੁਰਿੰਡਾ, ਚਮਕੌਰ ਸਾਹਿਬ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਤੇ ਨੰਗਲ ਸ਼ਾਮਿਲ ਨੇ, ਇਸ ਦੇ ਵਿੱਚ ਲਾਗੂ ਰਹੇਗਾ। ਤੇ ਨਾਈਟ ਕਰਫਿਊ ਜਿਹੜਾ ਹੈਗਾ ਇਹ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਵੀ ਲਾਗੂ ਰਹੇਗਾ ਇਨ ਸ਼ਹਿਰਾਂ ਦੇ ਖੇਤਰ ਦੇ ਵਿੱਚ। ਇਸ ਤੋਂ ਇਲਾਵਾ ਜਿਹੜੇ ਬਾਕੀ ਪਿੰਡੂ ਖੇਤਰ ਦੇ ਵਿੱਚ ਹੈਗੇ ਉੱਥੇ ਜਿਹੜੀ ਪਹਿਲਾਂ ਦੀ ਵਾਂਗ ਚੱਲ ਰਿਹਾ ਸੀਗਾ ਜੋ 8:30 ਵਜੇ ਤੱਕ ਦਾ ਟਾਈਮ ਸੀਗਾ, ਉਹ ਉਸ ਤਰੀਕੇ ਨਾਲ ਹੀ ਸਾਰੇ ਸ਼ਾਪਸ ਦਾ ਟਾਈਮ ਲਾਗੂ ਰਹੂਗਾ। ਜੇਕਰ ਮੈਂ ਹੋਰ ਤੁਹਾਨੂੰ ਐਕਸਪਲੇਨ ਕਰਨਾ ਜੇਕਰ ਗੱਲ ਕਰੀਏ ਹੋਰ ਡਿਟੇਲਿੰਗ ਦੀ, ਤਾਂ ਸ਼ਾਪਸ ਔਰ ਮਾਲਸ ਜਿਹੜੇ ਨੇ ਉਹ ਮੰਡੇ ਟੂ ਫਰਾਈਡੇ ਇਨ ਸ਼ਹਿਰੀ ਖੇਤਰਾਂ ਦੇ ਵਿੱਚ 6:30 ਵਜੇ ਤੱਕ ਖੁੱਲ ਸਕਦੇ ਨੇ। ਸੈਟਰਡੇ ਸੰਡੇ ਬੰਦ ਰਹਿਣਗੇ। ਜੇਕਰ ਕੋਈ ਐਸੈਂਸ਼ੀਅਲ ਕਮੋਡਿਟੀ ਦੇ ਸ਼ਾਪਸ ਹੈਗੇ ਉਹਨਾਂ ਨੂੰ ਪੂਰੇ 7 ਦਿਨ ਖੁੱਲਣ ਦੀ ਇਜਾਜ਼ਤ ਹੈਗੀ, ਲੇਕਿਨ 6:30 ਵਜੇ ਤੱਕ ਹੀ ਉਹ ਖੁੱਲ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਧਾਰਮਿਕ ਸੰਸਥਾਨ ਨੇ, ਧਾਰਮਿਕ ਸਥਾਨ ਨੇ, ਉਹਨਾਂ ਨੂੰ ਵੀ ਸਿਰਫ 6:30 ਵਜੇ ਤੱਕ ਹੀ ਪ੍ਰਵਾਨਗੀ ਹੈਗੀ ਪਬਲਿਕ ਵਾਸਤੇ। स्पोर्ट्स कॉम्प्लेक्स स्टेडियम्स के वास्ते भी 6:30 बजे तक का ही टाइम लिमिट रखी गई हैगी। रेस्टोरेंट्स जेडे मॉल दे विच ने जां स्टैंड अलोन रेस्टोरेंट्स है वो भी सिर्फ 6:30 बजे तक ही ऑपरेट कर सकते हैं। होटल्स खुले रहणगे, लिकर वेंट्स भी 6:30 बजे तक ऑपरेट कर सकते हैं। जिहड़ी गैदरिंग दे उपर पूरी स्टेट दे विच ही पूरा बैन हैगी, जिस दे विच ਸਾਰੇ ਹੀ ਧਰਨਾ ਪ੍ਰਦਰਸ਼ਨ ਵਗੈਰਾ ਤੇ ਅਸੀਂ ਬਾਰ-ਬਾਰ ਲੋਕਾਂ ਨੂੰ ਸਮਝਾ ਰਹੇ ਨੇ ਕਿ ਕਾਈਂਡਲੀ ਪਲੀਜ਼ ਤੁਸੀਂ ਘਰਾਂ ਦੇ ਵਿੱਚ ਹੀ ਰਹੋ, ਸੇਫ ਰਹੋ। ਲੋਕਾਂ ਨੂੰ ਅਸੀਂ ਕੋਸ਼ਿਸ਼ ਕਰਦੇ ਨੇ, ਅਪੀਲ ਕਰਦੇ ਨੇ ਤੇ ਤੁਹਾਨੂੰ ਅੱਜ ਮੈਂ ਫਿਰ ਵਾਪਸ ਅਪੀਲ ਕਰ ਰਹੀ ਹਾਂ। ਮੈਰਿਜ ਫੰਕਸ਼ਨਾਂ ਵਾਸਤੇ ਅਸੀਂ 30 ਬੰਦਿਆਂ ਵਾਸਤੇ ਲਿਮਿਟ ਹੈਗੀ ਜਿਹੜੀ ਸੈੱਟ ਕੀਤੀ ਗਈ ਹੈਗੀ ਸਰਕਾਰ ਵੱਲੋਂ, ਤੇ ਸੰਸਕਾਰ ਵਾਸਤੇ 20 ਵਿਅਕਤੀਆਂ ਨੂੰ ਹੀ ਸ਼ਾਮਿਲ ਹੋਣ ਦੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਜੇਕਰ ਤੁਸੀਂ 4 ਵੀਲਰ ਦੇ ਵਿੱਚ ਕਮਿਊਟ ਕਰਦੇ ਹੋ ਤਾਂ ਸਿਰਫ ਉੱਥੇ 3 ਵਿਅਕਤੀ ਇੰਕਲੂਡਿੰਗ ਡਰਾਈਵਰ ਨੂੰ ਹੀ ਪ੍ਰਵਾਨਗੀ ਹੋਏਗੀ ਕਿ ਉਹ ਕਮਿਊਟ ਕਰ ਸਕਦੇ ਨੇ। ਸਾਰੀ ਬੱਸਸ ਔਰ ਟਰਾਂਸਪੋਰਟ ਵਹੀਕਲ ਨੂੰ ਵੀ 50% ਕੈਪੈਸਿਟੀ ਤੇ ਹੀ ਚੱਲਣ ਵਾਸਤੇ ਪਰਮਿਟ ਕੀਤਾ ਗਿਆ ਹੈਗਾ। ਤੇ ਇਸ ਦੇ ਵਾਸਤੇ ਇੱਕ ਹੋਰ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਹੈ ਕਿ ਜਿਹੜੇ ਐਸੈਂਸ਼ੀਅਲ ਆਈਟਮਸ ਸੇ ਰਿਲੇਟਡ ਐਕਟੀਵਿਟੀਜ਼ ਹੈਗੀ ਉਹਨਾਂ ਨੂੰ ਛੂਟ ਹੈ ਨਾਈਟ ਕਰਫਿਊ ਤੋਂ। ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਅੱਗੇ ਇਹਨਾਂ ਦਾ ਕੋਈ ਐਗਜ਼ਾਮ ਵਗੈਰਾ ਦੇਣਾ ਹੈਗਾ, ਇਹਨਾਂ ਦੇ ਸੈਂਟਰਾਂ ਦੇ ਵਿੱਚ ਜਾਣਾ ਹੈ, ਉਹਨਾਂ ਨੂੰ ਵੀ ਇਸ ਕਰਫਿਊ ਤੋਂ ਛੂਟ ਹੈ ਜੇਕਰ ਉਹਨਾਂ ਦੇ ਕੋਲ ਐਡਮਿਟ ਕਾਰਡ ਜਾਂ ਪ੍ਰੋਪਰ ਡਾਕੂਮੈਂਟੇਸ਼ਨ ਨਾ ਹੋਏ तो ਉਹਨਾਂ ਨੂੰ ਅਸੀਂ ਕੋਈ ਦਿੱਕਤ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ।
एक जो चीज मैं बहुत इंपॉर्टेंट आज साझा करना चाहती हूँ, क्योंकि पिछले कुछ दिनों पहला बहुत ज्यादा व्हाट्सएप पे वीडियो वायरल हो रहे ਸੀਗੇ ਕਿ ਜੀ ਕਈ ਡਾਕਟਰ ਸਿਰਫ ਲੋਕਾਂ ਨੂੰ ਪੋਜ਼ਿਟਿਵ ਕਰਨ ਕਾਰਨ ਟੈਸਟ ਨੂੰ ਕਰਨ ਦੇ ਵਾਸਤੇ ਬਾਰ-ਬਾਰ ਮਜਬੂਰ ਕਰ ਰਹੇ ਨੇ। ਉਹਨਾਂ ਦੀ ਕਿਡਨੀਆਂ ਨਿਕਾਲ ਦਿੱਤੀ ਜਾਂਦੀ ਹੈਗੀ, ਉਹਨਾਂ ਦੇ ਅੰਗ ਜਿਹੜੇ ਹੈ ਉਹ ਕਰ ਦਿੱਤੇ ਜਾਂਦੇ। ਇਸ ਤਰ੍ਹਾਂ ਕੇ ਬੜੇ ਵਾਹਿयात ਤਰੀਕੇ ਦੇ ਮੈਸੇजेस WhatsApp पे वायरल हो रहे ने। मैं ਤੁਹਾਨੂੰ अपील करना चाहती हाँ कि कुछ महीना पहला असी इन्हीं कोरोना वायरस दे इन्हीं डॉक्टरां नूं सलाम कर रहे सीगे, इन्हीं डॉक्टरां नूं असी सम्मान कर रहे सीगे। ते हुण किन्नी ये माड़ी गल हैगी कि जद ये स्थिति होर बिगड़ रही हैगी, स्थिति नूं कंट्रोल करन दी लोड़ हैगी, आप दे सहयोग दी ज़्यादा लोड़ हैगी। तो इस तरह दे वाक़े सामने आ रहे हैंगे कि लोग कुछ गलत अंसरां दे इन्फ्लुएंस कारण, गलत अंसरां दी गलत बयानबाजी कारण इस तरह की चीजें सामने आ रही हैं। तो मेरी आप सारिਆਂ ਨੂੰ हथ जोड़ के बेनती है कि इस तो ਜਿਹੜੇ डॉक्टर्स लगे हुए ने पिछले 8-9 ਮਹੀਨਿਆਂ ਤੋਂ ਤੁਹਾਡੀ ਸੇਵਾ ਦੇ ਵਿੱਚ जुटे हुए ने, अपने घरां ਤੋਂ दूर ने, बिना किसी छुट्टी के, बिना किसी आराम के 24 घंटे ਤੁਹਾਡੀ ਸੇਵਾ ਦੇ ਵਿੱਚ लगे हुए ने। ਉਹਨਾਂ ਦਾ ਮਨੋਬਲ ਬਹੁਤ ਜ਼ਿਆਦਾ ਗਿਰ ਜਾਂਦਾ ਹੈਗਾ ਇਨ ਸਾਰੀ ਗੱਲਾਂ ਨੂੰ ਸੁਣ ਕੇ। ਇਸ ਕਰਕੇ ਆਪ ਸਾਰਿਆਂ ਤੋਂ ਬੇਨਤੀ ਹੈ ਕਿ ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਕੇ ਕੋਈ ਵੀ ਫੇਕ ਨਿਊਜ਼ ਜਾਂ ਫੇਕ ਰੂਮਰਸ ਆਉਂਦੇ ਨੇ ਜਿਸ ਦੇ ਵਿੱਚ ਇਸ ਤਰ੍ਹਾਂ ਕੀ ਚੀਜ਼ਾਂ ਫੈਲਾਈ ਜਾ ਰਹੀ ਹੈ, ਤੁਸੀਂ ਸਾਨੂੰ ਸੰਪਰਕ ਕਰੋ। ਅਸੀਂ ਚਾਹੁੰਦੇ ਨੇ ਕਿ ਇਸ ਤਰ੍ਹਾਂ ਕੇ ਗਲਤ ਬਿਆਨਬਾਜ਼ੀ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਸ ਕਰੋਨਾ ਕਾਲ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੀ ਇਨਫੋਰਮੇਸ਼ਨ ਵੀ ਲੋਕਾਂ ਨੂੰ ਦਿੱਤੀ ਜਾਵੇ ਉਹ ਸਹੀ ਤਰੀਕੇ ਦੀ ਹੋਵੇ। क्योंकि मिस इन्फॉर्मेशन ਜਿਹੜਾ पैनिक क्रिएट करती हैगी, ਇਹ ਲੋਕਾਂ ਦੀ ਸਿਹਤ ਤੋਂ ਖਿਲਵਾੜ ਕਰ ਰਹੀ ਹੈ। ਇਹ ਲੋਕਾਂ ਦੀ ਸਿਹਤ ਨੂੰ ਹੋਰ ਜ਼ਿਆਦਾ ਸੰਜੀਦਾ ਅਸੀਂ ਜਿਵੇਂ ਕਹਿ ਸਕਦੇ ਨੇ ਕਿ डेंजरस सिचुएशन क्रिएट कर रही है। इन फेक न्यूज, फेक रूमर्स के कारण कई लोग अपना इलाज करवाने सामने नहीं आ रहे। कई लोगों ਨੂੰ लक्षण होने तो बावजूद वो अपना टेस्ट कराने नहीं आ रहे, जबकि सारे ही गवर्नमेंट हॉस्पिटल ਦੇ ਵਿੱਚ ਇਹ टेस्ट फ्री ਦੇ ਵਿੱਚ ਕੀਤਾ ਜਾਂਦਾ ਹੈਗਾ, कोई शुल्क नहीं लिया जाता, कोई भी प्राइस, कोई भी इसके अंदर आपसे अमाउंट चार्ज नहीं किया जाता है। इस करके ये बहुत ज्यादा जरूरी और लाजमी है कि आज ਅਸੀਂ ਸਰਕਾਰ ਨੂੰ ਮਿਸ਼ਨ ਫਤਿਹ ਦੇ ਤਹਿਤ, ਤੁਹਾਡੇ ਮਿਸ਼ਨ ਫਤਿਹ ਦੇ ਤਹਿਤ ਇਸ कोरोना महामारी तो बचाने वास्ते, इस कोरोना महामारी ਦੇ ਉੱਪਰ ਫਤਿਹ ਪਾਉਣ ਵਾਸਤੇ ਅਸੀਂ ਲੋਕਾਂ ਨੂੰ ਸਜਗ ਕਰੀਏ, ਲੋਕਾਂ ਨੂੰ ਜਾਗਰੂਕ ਕਰੀਏ कि इस तरह की गलत बयानबाजी तो बचन। इस तरह की गलत बयानबाजी जेकर तुहाडे आस-पास किते हो रही हैगी तो साडे प्रशासन दे ध्यान दे विच लाया जाए, ताकि असी उत्थे ही इन तरह के लोगों को रोक सकिए, उन्हां दे खिलाफ सख्त तो सख्त कार्रवाई कर सकिए। कई तरह की फेक ऑडियो वायरल हो रही हैंगी पीछे, कि जहाँ पे दो व्यक्ति आपस में बात करते हुए बताते हैं कि जी यहाँ पे ऐसा हो गया, वहां पे ऐसा हो गया। कोई वेरिफिकेशन नहीं है, कोई व्यक्ति नहीं है, कहीं किसी का कोई नाम नहीं बोला जाता, ताकि ये सारी चीजें जड़ी हैगी वो सिर्फ एक भलावे दे विच ही रहन, लोगों ਨੂੰ गलत डायरेक्शन दे विच देण वास्ते ये कीता जांदा है। इस करके आप सारिਆਂ ਤੋਂ हथ जोड़ के बेनती है, ਅਸੀਂ दिन रात ਤੁਹਾਡੀ सेवा वास्ते लगे हुए ने, बिना ये देखे कि साडा परिवार किते है, बिना ये देखे कि केड़ा सैटरडे है, केड़ा संडे है। पिछले इतने महीनों तो सारे डॉक्टर, सारे फ्रंट लाइन वर्कर्स ਤੁਹਾਡੇ ਵਾਸਤੇ काम कर रहे ਨੇ, ਤੇ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈਗੀ ਕਿ ਕਮ ਸੇ ਕਮ ਤੁਸੀਂ ਜੇਕਰ ਕੋਈ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਤੁਹਾਡੇ ਸਾਹਮਣੇ ਆਂਦੀ ਹੈ, ਤੁਸੀਂ ਸਾਡੇ ਧਿਆਨ ਦੇ ਵਿੱਚ ਲਾਓ। ਅਸੀਂ ਜਲਦ ਤੋਂ ਜਲਦ ਉਸ ਤੇ ਉੱਪਰ ਕਾਰਵਾਈ ਕਰਾਂਗੇ ਤੇ ਇੱਕ ਮਿਸਾਲ ਵੀ ਕਾਇਮ ਹੋਏਗੀ ਕਿ ਤੁਹਾਡੇ ਵਰਗੇ ਜਿਹੜੇ ਸਿਆਣੇ ਲੋਕੀ ਨੇ ਉਹ ਇਸ ਚੀਜ਼ ਨੂੰ ਰੋਕ ਸਕਣ, ਇਸ ਫੇਕ ਨਿਊਜ਼ ਦੀ ਚੇਨ ਨੂੰ ਬ੍ਰੇਕ ਕਰ ਸਕਣ। ਤੇ ਮੈਨੂੰ ਇਹ ਆਸ ਹੈ कि रोपड़ जिले के शहर वासी जो बहुत ही सूझवान ने, बहुत ही सियाने ने, इस तरह के फेक न्यूज़ तो बचणगे, फेक रूमर्स तो बचणगे। तो जेकर उन्होंने सामने इत्थे कोई भी इस तरह की बात आती है वो प्रशासन के नाल शेयर करनगे, ताकि असी तुहानू साफ सुथरी जानकारी दे सकिए, सटीक जानकारी दे सकिए। तो इस तरह के किसी भी फेक न्यूज़ से बचाव ही मैं कह सकती हूँ कि किसी की जान बचा सकती है, क्योंकि इस डर के कारण कई लोग अपने इलाज कराने नहीं आ रहे। कई बार सानू उस वेले पता चलता है जब बंदा, जो व्यक्ति है वो बहुत ही क्रिटिकल स्टेज में पहुंच जाता है। तो उस विच
ਸਾਡੇ ਡਾਕਟਰਾਂ ਦੇ ਹੱਥ ਦੇ ਵਿੱਚ ਵੀ ਨਹੀਂ ਰਹਿੰਦਾ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਬਚਾ ਸਕੇ। ਇਸ ਕਰਕੇ ਆਪਣੀ ਜਾਨ ਵਾਸਤੇ, ਆਪਣੇ ਪਰਿਵਾਰ ਵਾਲਿਆਂ ਦੀ ਜਾਨ ਵਾਸਤੇ, ਆਪਣੇ ਆਸ ਪੜੋਸ ਦੇ ਲੋਕਾਂ ਦੇ ਜਾਨ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸ ਚੇਨ ਦਾ ਹਿੱਸਾ ਨਾ ਬਣੋ, ਤੁਸੀਂ ਇਸ ਵਾਇਰਲ ਫੇਕ ਨਿਊਜ਼ ਦਾ ਹਿੱਸਾ ਨਾ ਬਣੋ। ਤੇ ਅਸੀਂ ਚਾਹੁੰਦੇ ਨੇ ਕਿ ਰੋਪੜ ਜ਼ਿਲ੍ਹੇ ਦੇ ਵਾਸਤੇ ਜਿਹੜੇ ਵੀ ਉਪਰਾਲੇ ਹੁਣ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ, ਗੈਰ ਸਰਕਾਰੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਹਨ, ਪ੍ਰਾਈਵੇਟ ਡਾਕਟਰਸ ਵੱਲੋਂ ਕੀਤੇ ਜਾ ਰਹੇ ਹਨ, ਉਹ ਸਾਹਮਣੇ ਆਣ ਤੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਹੋਰ ਮਨੋਬਲ बढ़ेगा ਜੇਕਰ ਤੁਸੀਂ ਇਸ ਤਰ੍ਹਾਂ ਕੇ ਹੋਰ ਜਿਹੜੇ ਰੂਮਰਸ ਚੱਲ ਰਹੇ ਨੇ ਇਹਨਾਂ ਨੂੰ ਸਿਰੇ ਸੇ ਨਕਾਰੀਏ, ਇਹਨਾਂ ਨੂੰ ਸਿਰੇ ਤੋਂ ਹਟਾ ਕੇ ਬਿਲਕੁਲ ਇਨ ਸਾਰੇ ਜਿਹੜੇ ਇਹ ਗਲਤ ਅਨਸਰ ਨੇ ਇਹਨਾਂ ਨੂੰ ਨੀਚੇ ਕਰੀਏ ਤਾਂ ਕਿ ਜਿਹੜਾ ਹੌਸਲਾ ਹੈ ਮਿਸ਼ਨ ਫਤਿਹ ਦਾ ਉਹ ਉੱਪਰ ਰਹੇ। ਤੇ ਆਪ ਨੂੰ ਜੇਕਰ ਕੋਈ ਵੀ ਜਾਣਕਾਰੀ ਚਾਹੀਦੀ ਹੈਗੀ ਤੁਸੀਂ 104 पे ਮੈਡੀਕਲ ਹੈਲਪਲਾਈਨ ਤੇ ਲੈ ਸਕਦੇ ਹੋ। ਪੁਲਿਸ ਦੇ ਵਾਸਤੇ ਜੇਕਰ ਤੁਹਾਨੂੰ ਕੋਈ ਜਾਣਕਾਰੀ ਦੇਣੀ ਹੈ ਤੁਸੀਂ 112 ਤੇ ਦੇ ਸਕਦੇ ਹੋ। ਜੇਕਰ ਤੁਹਾਨੂੰ ਮੇਰੇ ਨਾਲ ਕੋਈ ਜਾਣਕਾਰੀ ਸ਼ੇਅਰ ਕਰਨੀ ਹੈ ਤੁਸੀਂ 12 11 57